ਸਾਰਿਆਂ ਦਾ ਮੇਰੇ ਚੈਨਲ ਉੱਤੇ ਸਵਾਗਤ ਹੈ। ਅਸੀਂ ਇਸ ਚੈਨਲ ਉੱਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਰੌਚਕ ਤੱਥ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। ਮਿਸ਼ਨ 100% ਅਨੁਸਾਰ ਅਸੀਂ 8ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਸਾਰੇ ਪਾਠਾਂ ਦੇ ਮਿਲਾਨ ਕਰੋ ਸਹੀ ਗਲਤ ਅਤੇ ਖਾਲੀ ਥਾਵਾਂ ਬਾਰੇ ਜਾਣਕਾਰੀ ਸਾਂਝੀ ਕਰ ਲਈ ਹੈ। ਅੱਜ ਅਸੀਂ ਬਹੁ ਵਿਕਲਪੀ ਪ੍ਰਸ਼ਨ MCQ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਪਹਿਲਾ ਬਹੁ ਵਿਕਲਪੀ ਛਿੱਟਾ ਦੇਣਾ ਇੱਕ ਢੰਗ ਹੈ। ਇਸ ਦੀਆਂ ਸਾਨੂੰ ਆਪਸ਼ਨ ਦਿੱਤੀਆਂ ਹੋਈਆਂ ਹਨ। ਨਦੀਨ ਕੱਢਣਾ, ਸਿੰਚਾਈ ਦਾ, ਬੀਜਣ ਦਾ, ਕਟਾਈ ਦਾ। ਆਓ ਹੁਣ ਛਿੱਟਾ ਦੇਣ ਬਾਰੇ ਗੱਲਬਾਤ ਕਰਦੇ ਹਾਂ। ਛਿੱਟਾ ਦੇਣਾ ਬੀਜ ਬੀਜਣ ਦਾ ਇੱਕ ਤਰੀਕਾ ਹੈ। ਇਹ ਇੱਕ ਅਜਿਹੀ ਤਕਨੀਕ ਹੈ ਜੋ ਖੇਤੀਬਾੜੀ ਵਿੱਚ ਬੀਜਾਂ ਨੂੰ ਇੱਕ ਖੇਤ ਵਿੱਚ ਬਰਾਬਰ ਫੈਲਾਉਣ ਲਈ ਵਰਤੀ ਜਾਂਦੀ ਹੈ। ਇਹ ਵਿਧੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਖੇਤ ਦੇ ਸਾਰੇ ਖੇਤਰਾਂ ਵਿੱਚ ਬਰਾਬਰ ਮਾਤਰਾ ਵਿੱਚ ਬੀਜ ਪ੍ਰਾਪਤ ਹੁੰਦੇ ਹਨ। ਬੀਜ ਬੀਜਣਾ ਹੱਥ ਨਾਲ ਜਾਂ ਮਸ਼ੀਨ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। ਛਿੱਟਾ ਪ੍ਰਕਿਰਿਆ ਵਿੱਚ ਬੀਜਾਂ ਨੂੰ ਮਿੱਟੀ ਨਾਲ ਢੱਕਣ ਤੋਂ ਬਿਨਾਂ ਮਿੱਟੀ ਦੀ ਸਤ੍ਹਾ ਉੱਤੇ ਫੈਲਾਉਣਾ ਸ਼ਾਮਲ ਹੁੰਦਾ ਹੈ। ਇਹ ਵਿਧੀ ਕਣਕ, ਜੌਂ ਅਤੇ ਜਵੀ ਵਰਗੀਆਂ ਫਸਲਾਂ ਲਈ ਢੁਕਵੀਂ ਹੈ। ਇਹ ਲਾਨ ਅਤੇ ਚਰਾਗਾਹਾਂ ਲਈ ਘਾਹ ਦੇ ਬੀਜ ਬੀਜਣ ਲਈ ਵੀ ਵਰਤਿਆ ਜਾਂਦਾ ਹੈ। ਛਿੱਟਾ ਪ੍ਰਕਿਰਿਆ ਦਾ ਇੱਕ ਫਾਇਦਾ ਇਹ ਹੈ ਕਿ ਇਹ ਇੱਕ ਵੱਡੇ ਖੇਤਰ ਵਿੱਚ ਬੀਜ ਬੀਜਣ ਦਾ ਇੱਕ ਤੇਜ਼ ਅਤੇ ਆਸਾਨ ਤਰੀਕਾ ਹੈ। ਹਾਲਾਂਕਿ ਇਹ ਡਰਿਲਿੰਗ ਵਰਗੇ ਹੋਰ ਤਰੀਕਿਆਂ ਨਾਲੋਂ ਘੱਟ ਵਧੀਆ ਹੈ ਕਿਉਂਕਿ ਇਸ ਵਿਧੀ ਨਾਲ ਬੀਜੇ ਕੁਝ ਬੀਜ ਉਗਦੇ ਨਹੀਂ ਹੁੰਦੇ। ਇਸ ਤਰ੍ਹਾਂ ਛਿੱਟਾ ਦੇਣਾ ਬੀਜ ਬੀਜਣ ਦਾ ਇੱਕ ਢੰਗ ਹੈ। ਦੂਜਾ ਬਹੁ ਵਿਕਲਪੀ ਜਿਸ ਥਾਂ ਤੇ ਪਾਣੀ ਦੀ ਘਾਟ ਹੋਵੇ ਉੱਥੇ ਸਿੰਚਾਈ ਦਾ ਸਭ ਤੋਂ ਵਧੀਆ ਢੰਗ ਹੈ। ਇਸ ਵਿਕਲਪ ਵਿੱਚ ਸਾਨੂੰ ਪਾਣੀ ਦੀ ਘਾਟ ਵਾਲੇ ਥਾਵਾਂ ਉੱਤੇ ਸਿੰਚਾਈ ਦਾ ਸਭ ਤੋਂ ਵਧੀਆ ਢੰਗ ਬਾਰੇ ਪੁੱਛਿਆ ਗਿਆ ਹੈ। ਸਿੰਚਾਈ ਦੀਆਂ 4 ਕਿਸਮਾਂ ਆਂਡਾ ਜਾਂ ਕੁਲਾਨ ਰਾਹੀਂ ਤੁਪਕਾ ਪ੍ਰਣਾਲੀ, ਫੁਆਰਾ ਵਿਧੀ ਅਤੇ ਨਹਿਰੀ ਸਿੰਚਾਈ ਹਨ, ਪਰ ਘੱਟ ਪਾਣੀ ਦੀ ਉਪਲਬਧਤਾ ਵਾਲੇ ਖੇਤਰਾਂ ਲਈ ਤੁਪਕਾ ਸਿੰਚਾਈ ਸਭ ਤੋਂ ਵਧੀਆ ਹੈ ਕਿਉਂਕਿ ਤੁਪਕਾ ਸਿੰਚਾਈ ਇੱਕ ਅਜਿਹਾ ਤਰੀਕਾ ਹੈ ਜਿੱਥੇ ਪਾਣੀ ਨੂੰ ਪੌਦਿਆਂ ਦੀਆਂ ਜੜ੍ਹਾਂ ਦੇ ਨੇੜੇ ਮਿੱਟੀ ਵਿੱਚ ਹੌਲੀ-ਹੌਲੀ ਟਪਕਾਇਆ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਪਾਣੀ ਨੂੰ ਸਿੱਧਾ ਉੱਥੇ ਪਹੁੰਚਾਇਆ ਜਾਂਦਾ ਹੈ ਜਿੱਥੇ ਇਸ ਦੀ ਲੋੜ ਹੁੰਦੀ ਹੈ, ਵਾਸ਼ਪੀਕਰਨ ਅਤੇ ਵਹਾਅ ਨੂੰ ਘਟਾਉਂਦਾ ਹੈ। ਨਾਲ ਹੀ ਇਹ ਹੋਰ ਤਰੀਕਿਆਂ ਦੇ ਮੁਕਾਬਲੇ ਘੱਟ ਪਾਣੀ ਦੀ ਵਰਤੋਂ ਕਰਦਾ ਹੈ। ਜਦੋਂ ਕਿ ਬਾਕੀ ਸਾਰੀਆਂ ਵਿਧੀਆਂ ਵਿੱਚ ਪਾਣੀ ਦੀ ਵਰਤੋਂ ਤੁਪਕਾ ਪ੍ਰਣਾਲੀ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਲਈ ਜਿਸ ਥਾਂ ਤੇ ਪਾਣੀ ਦੀ ਘਾਟ ਹੋਵੇ ਉੱਥੇ ਤੁਪਕਾ ਪ੍ਰਣਾਲੀ ਸਿੰਚਾਈ ਦਾ ਸਭ ਤੋਂ ਵਧੀਆ ਢੰਗ ਹੈ। ਤੀਜਾ ਬਹੁ ਵਿਕਲਪੀ ਇਸ ਦੀ ਤਿਆਰੀ ਲਈ ਗੰਡੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਸ਼ਨ ਵਿੱਚ ਸਾਨੂੰ ਖਾਦ ਤਿਆਰ ਕਰਨ ਬਾਰੇ ਗੱਲਬਾਤ ਕੀਤੀ ਹੈ, ਜਿਸ ਵਿੱਚ ਪੁੱਛਿਆ ਹੈ ਕਿ ਗੰਡੋਇਆਂ ਦੀ ਵਰਤੋਂ ਨਾਲ ਕਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ। ਗੰਡੋਇਆਂ ਦੀ ਵਰਤੋਂ ਕਰਕੇ ਵਰਮੀ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਵਰਮੀ ਕੰਪੋਸਟ ਵਿੱਚ ਪਾਣੀ ਵਿੱਚ ਘੁਲਣਸ਼ੀਲ ਪੌਸ਼ਟਿਕ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਵਰਮੀਵਾਸ਼ ਦੇ ਰੂਪ ਵਿੱਚ ਕੱਢਿਆ ਜਾ ਸਕਦਾ ਹੈ ਅਤੇ ਇਹ ਇੱਕ ਸ਼ਾਨਦਾਰ, ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਅਤੇ ਮਿੱਟੀ ਕੰਡੀਸ਼ਨਰ ਹੈ। ਇਹ ਬਾਗਬਾਨੀ ਅਤੇ ਟਿਕਾਊ ਜੈਵਿਕ ਖੇਤੀ ਲਈ ਵਰਤੀ ਜਾਂਦੀ ਹੈ। ਇਸ ਤਰ੍ਹਾਂ ਇਸ ਬਹੁ ਵਿਕਲਪੀ ਦਾ ਉੱਤਰ ਵਰਮੀ ਕੰਪੋਸਟ ਆਵੇਗਾ। ਚੌਥਾ ਬਹੁ ਵਿਕਲਪੀ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਬਿਨਾਂ ਫਸਲ ਉਗਾਉਣ ਦੇ ਢੰਗ ਨੂੰ ਕਹਿੰਦੇ ਹਨ। ਅਸੀਂ ਮਿੱਟੀ ਦੀਆਂ ਘਾਟਾਂ ਨੂੰ ਪੂਰਾ ਕਰਨ ਅਤੇ ਫਸਲਾਂ ਤੋਂ ਵਧੀਆ ਝਾੜ ਪ੍ਰਾਪਤ ਲਈ ਅਸੀਂ ਖੇਤਾਂ ਵਿੱਚ ਖਾਦ ਦੀ ਵਰਤੋਂ ਕਰਦੇ ਰਹਿੰਦੇ ਹਾਂ। ਇਹ ਖਾਦ ਦੇਸੀ ਭਾਵ ਰੂੜੀ ਖਾਦ ਅਤੇ ਰਸਾਇਣਕ ਖਾਦਾਂ ਹੁੰਦੀਆਂ ਹਨ। ਪਰ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਨਹੀਂ ਕਰਦੇ ਫਸਲਾਂ ਲਈ, ਇਸ ਤਰ੍ਹਾਂ ਦੀਆਂ ਫਸਲਾਂ ਨੂੰ ਜੈਵਿਕ ਫਸਲਾਂ ਕਹਿੰਦੇ ਹਾਂ। ਇਹ ਫਸਲਾਂ ਵਿੱਚ ਝਾੜ ਘੱਟ ਹੁੰਦਾ ਹੈ ਪਰ ਬਿਨਾਂ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਪ੍ਰਭਾਵ ਤੋਂ ਮੁਕਤ ਹੁੰਦੀਆਂ ਹਨ। ਇਸ ਤਰ੍ਹਾਂ ਕੀਤੀ ਜਾਂਦੀ ਖੇਤੀ ਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ। ਇਸ ਲਈ ਇਸ ਬਹੁ ਵਿਕਲਪੀ ਪ੍ਰਸ਼ਨ ਦਾ ਉੱਤਰ ਜੈਵਿਕ ਖੇਤੀ ਆਵੇਗਾ। ਪੰਜਵਾਂ ਬਹੁ ਵਿਕਲਪੀ 3 ਬਹੁਮਾਤਰੀ ਪੋਸ਼ਕ ਤੱਤ ਹਨ। ਇਸ ਪ੍ਰਸ਼ਨ ਵਿੱਚ ਸਾਨੂੰ ਰਸਾਇਣਕ ਖਾਦਾਂ ਵਿੱਚ ਵਰਤੇ ਜਾਂਦੇ 3 ਬਹੁਮਾਤਰੀ ਪੋਸ਼ਕ ਤੱਤਾਂ ਬਾਰੇ ਪੁੱਛਿਆ ਗਿਆ ਹੈ। ਆਓ ਇਸ ਦੀਆਂ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਪਹਿਲੀ ਆਪਸ਼ਨ ਫਾਸਫੋਰਸ, ਕਾਰਬਨ ਅਤੇ ਲੋਹਾ। ਫਾਸਫੋਰਸ ਅਤੇ ਲੋਹਾ ਨੂੰ ਫਸਲਾਂ ਵਿੱਚ ਮਿੱਟੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ, ਪਰ ਕਾਰਬਨ ਦੀ ਵਰਤੋਂ ਕਿਸੇ ਵੀ ਖਾਦ ਨੂੰ ਤਿਆਰ ਕਰਨ ਲਈ ਨਹੀਂ ਹੁੰਦੀ, ਇਸ ਲਈ ਇਸ ਪ੍ਰਸ਼ਨ ਉੱਤਰ ਇਹ ਨਹੀਂ ਹੈ। ਦੂਜੀ ਆਪਸ਼ਨ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸੀਅਮ।
ਮੈਗਨੀਸੀਅਮ ਅਤੇ ਕੈਲਸ਼ੀਅਮ ਦੀ ਵਰਤੋਂ ਕਿਸੇ ਵੀ ਖਾਦ ਦੀ ਤਿਆਰੀ ਵਿੱਚ ਨਹੀਂ ਹੁੰਦੀ। ਤੀਜੀ ਆਪਸ਼ਨ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਇਸ ਆਪਸ਼ਨ ਦੇ ਤਿੰਨੋਂ ਤੱਤ ਪੌਸ਼ਟਿਕ ਤੱਤ ਹਨ ਜਿਨ੍ਹਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਲਈ ਕੀਤੀ ਜਾਂਦੀ ਹੈ। ਚੌਥੀ ਆਪਸ਼ਨ ਨਾਈਟ੍ਰੋਜਨ, ਹਾਈਡਰੋਜਨ ਅਤੇ ਕਲੋਰੀਨ। ਇਸ ਵਿੱਚ ਹਾਈਡਰੋਜਨ ਅਤੇ ਕਲੋਰੀਨ ਕੋਈ ਵੀ ਖਾਦ ਪਦਾਰਥ ਨਹੀਂ ਹੈ। ਇਸ ਤਰ੍ਹਾਂ ਸਾਰੀਆਂ ਆਪਸ਼ਨ ਬਾਰੇ ਗੱਲਬਾਤ ਕੀਤੀ ਗਈ ਹੈ, ਜਿਸ ਅਨੁਸਾਰ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਹੀ ਤਿੰਨ ਪੌਸ਼ਟਿਕ ਤੱਤ ਹਨ। ਛੇਵਾਂ ਬਹੁ ਵਿਕਲਪੀ ਤੂੜੀ ਵਿੱਚੋਂ ਦਾਣੇ ਵੱਖ ਕਰਨ ਦਾ ਢੰਗ ਹੈ। ਜਦੋਂ ਫਸਲ ਪੱਕ ਜਾਂਦੀਆਂ ਹਨ ਤਾਂ ਉਸ ਨੂੰ ਕਟਾਈ ਕਰਕੇ ਦਾਣੇ ਅਤੇ ਤੂੜੀ ਵੱਖ ਕੀਤੀ ਜਾਂਦੀ ਹੈ। ਉਸ ਦੇ ਢੰਗ ਬਾਰੇ ਇਸ ਪ੍ਰਸ਼ਨ ਵਿੱਚ ਪੁੱਛਿਆ ਗਿਆ ਹੈ। ਆਓ ਇਸ ਦੀਆਂ ਆਪਸ਼ਨ ਬਾਰੇ ਜਾਣਕਾਰੀ ਲੈਂਦੇ ਹਾਂ। ਪਹਿਲੀ ਆਪਸ਼ਨ ਕਟਾਈ। ਕਟਾਈ ਤੋਂ ਭਾਵ ਕੱਟਣਾ ਹੁੰਦਾ ਹੈ। ਇਹ ਫਸਲਾਂ ਦੇ ਪੱਕਣ ਉੱਤੇ ਕੀਤਾ ਜਾਂਦਾ ਹੈ। ਇਹ ਹੱਥਾਂ ਨਾਲ ਜਾਂ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਦੂਜੀ ਆਪਸ਼ਨ ਗਹਾਈ। ਇਸ ਤਰੀਕੇ ਵਿੱਚ ਫਸਲਾਂ ਨੂੰ ਕੱਟਣ ਤੋਂ ਬਾਅਦ ਦਾਣਿਆਂ ਨੂੰ ਤੂੜੀ ਤੋਂ ਅਲੱਗ ਕੀਤਾ ਜਾਂਦਾ ਹੈ। ਇਸ ਵਿਧੀ ਹੱਥ ਨਾਲ ਜਾਂ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਤੀਜੀ ਆਪਸ਼ਨ ਛਿੱਟਾ ਦੇਣਾ। ਇਹ ਬਿਜਾਈ ਦਾ ਢੰਗ ਹੈ ਜਿਸ ਨਾਲ ਖੇਤਾਂ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਹਨ। ਇਹ ਆਸਾਨ ਅਤੇ ਜਲਦੀ ਹੋਣ ਵਾਲੀ ਵਿਧੀ ਹੈ। ਚੌਥੀ ਆਪਸ਼ਨ ਛੱਟਣਾ। ਇਸ ਵਿਧੀ ਛੋਟੇ ਕਿਸਾਨਾਂ ਵੱਲੋਂ ਦਾਣਿਆਂ ਨੂੰ ਅਲੱਗ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਸਾਰੀਆਂ ਆਪਸ਼ਨ ਵਿੱਚੋਂ ਗਹਾਈ ਵਿਧੀ ਹੈ ਜਿਸ ਰਾਹੀਂ ਤੂੜੀ ਨੂੰ ਦਾਣਿਆਂ ਤੋਂ ਅਲੱਗ ਕੀਤਾ ਜਾਂਦਾ ਹੈ। ਸੱਤਵਾਂ ਬਹੁ ਵਿਕਲਪੀ। ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਨਹੀਂ ਹੁੰਦੀ? ਆਓ ਪਹਿਲਾਂ ਜੀਵਾਣੂ ਬਾਰੇ ਗੱਲਬਾਤ ਕਰਦੇ ਹਾਂ। ਇਹ ਇੱਕ ਸੈੱਲ ਵਾਲੇ ਸੂਖਮ ਜੀਵ ਹਨ ਜੋ ਧਰਤੀ ਉੱਤੇ ਲਗਭਗ ਹਰ ਥਾਂ ਪਾਏ ਜਾ ਸਕਦੇ ਹਨ। ਕੁਝ ਸਾਡੇ ਲਈ ਚੰਗੇ ਹੁੰਦੇ ਹਨ, ਜਿਵੇਂ ਕਿ ਉਹ ਜੋ ਸਾਡੀ ਅੰਤੜੀਆਂ ਵਿੱਚ ਰਹਿੰਦੇ ਹਨ ਅਤੇ ਭੋਜਨ ਨੂੰ ਹਜ਼ਮ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਕੁਝ ਜੀਵਾਣੂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਇਹ ਟਾਈਫਾਈਡ, ਟੈਟਨਸ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਲਗਾ ਦਿੰਦੇ ਹਨ। ਸਾਨੂੰ ਆਪਸ਼ਨ ਵਿੱਚ ਟਾਈਫਾਈਡ, ਹੈਜ਼ਾ, ਟੈਟਨਸ ਅਤੇ ਮਲੇਰੀਆ ਦਿੱਤੀਆਂ ਗਈਆਂ ਹਨ। ਮਲੇਰੀਆ ਬਿਮਾਰੀ ਸਾਨੂੰ ਪ੍ਰੋਟੋਜੋਆ ਕਰਕੇ ਹੁੰਦੀ ਹੈ। ਇਸ ਤਰ੍ਹਾਂ ਮਲੇਰੀਆ ਇਸ ਪ੍ਰਸ਼ਨ ਦਾ ਉੱਤਰ ਹੈ। ਅੱਠਵਾਂ ਬਹੁ ਵਿਕਲਪੀ। ਇਹਨਾਂ ਵਿੱਚੋਂ ਕਿਸ ਨੂੰ ਸਪਸ਼ਟ ਰੂਪ ਵਿੱਚ ਸੰਜੀਵ ਜਾਂ ਨਿਰਜੀਵ ਨਹੀਂ ਕਿਹਾ ਜਾ ਸਕਦਾ? ਇਸ ਪ੍ਰਸ਼ਨ ਵਿੱਚ ਸਾਨੂੰ ਸੂਖਮ ਜੀਵ ਦੀਆਂ ਕੁਝ ਉਦਾਹਰਨਾਂ ਵਿਸ਼ਾਣੂ, ਜੀਵਾਣੂ, ਕਾਈ ਅਤੇ ਉੱਲੀ ਵਿੱਚੋਂ ਪੁੱਛਿਆ ਗਿਆ ਹੈ ਕਿ ਕਿਹੜਾ ਇਹਨਾਂ ਵਿੱਚੋਂ ਸੰਜੀਵ ਅਤੇ ਨਿਰਜੀਵ ਦੋਵਾਂ ਦੀ ਤਰ੍ਹਾਂ ਰਹਿੰਦਾ ਹੈ। ਆਓ ਸਾਰੀਆਂ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਜੀਵਾਣੂ ਬਾਰੇ ਅਸੀਂ ਹੁਣੇ ਸਮਝਿਆ ਹੈ। ਇਹ ਇੱਕ ਸੈੱਲ ਵਾਲੇ ਸੂਖਮ ਜੀਵ ਹਨ ਜੋ ਧਰਤੀ ਉੱਤੇ ਲਗਭਗ ਹਰ ਥਾਂ ਪਾਏ ਜਾ ਸਕਦੇ ਹਨ। ਕੁਝ ਸਾਡੇ ਲਈ ਚੰਗੇ ਹੁੰਦੇ ਹਨ, ਜਿਵੇਂ ਕਿ ਉਹ ਜੋ ਸਾਡੀ ਅੰਤੜੀਆਂ ਵਿੱਚ ਰਹਿੰਦੇ ਹਨ ਅਤੇ ਭੋਜਨ ਨੂੰ ਹਜ਼ਮ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਕੁਝ ਜੀਵਾਣੂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਇਹ ਟਾਈਫਾਈਡ, ਟੈਟਨਸ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਲਗਾ ਦਿੰਦੇ ਹਨ। ਇਹ ਸੰਜੀਵ ਦੀ ਤਰ੍ਹਾਂ ਜੀਵਨ ਜਿਉਂਦੇ ਹਨ। ਹੁਣ ਕਾਈ ਬਾਰੇ ਗੱਲਬਾਤ ਕਰਦੇ ਹਾਂ। ਐਲਗੀ ਉਹ ਜੀਵਤ ਜੀਵ ਹਨ ਜੋ ਪੂਰੀ ਦੁਨੀਆ ਵਿੱਚ ਪਾਈਆਂ ਜਾਂਦੀਆਂ ਹਨ। ਐਲਗੀ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਧਰਤੀ ਦੀ ਬਹੁਤ ਜ਼ਿਆਦਾ ਆਕਸੀਜਨ ਬਣਾਉਂਦੇ ਹਨ, ਜਿਸ ਦੀ ਮਨੁੱਖਾਂ ਅਤੇ ਹੋਰ ਜਾਨਵਰਾਂ ਨੂੰ ਸਾਹ ਲੈਣ ਦੀ ਲੋੜ ਹੁੰਦੀ ਹੈ। ਇਹ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੀ ਮਦਦ ਨਾਲ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ ਹਨ। ਹੁਣ ਅਸੀਂ ਉੱਲੀ ਬਾਰੇ ਗੱਲਬਾਤ ਕਰਦੇ ਹਾਂ। ਉੱਲੀ ਇੱਕ ਸੈੱਲ ਵਾਲੇ ਜਾਂ ਬਹੁਤ ਗੁੰਝਲਦਾਰ ਬਹੁਤ ਸੈਲੂਲਰ ਜੀਵਤ ਜੀਵ ਹਨ। ਉਹ ਲਗਭਗ ਕਿਸੇ ਵੀ ਨਿਵਾਸ ਸਥਾਨ ਵਿੱਚ ਪਾਏ ਜਾਂਦੇ ਹਨ ਪਰ ਜ਼ਿਆਦਾਤਰ ਜ਼ਮੀਨ 'ਤੇ ਰਹਿੰਦੇ ਹਨ, ਮੁੱਖ ਤੌਰ 'ਤੇ ਸਮੁੰਦਰ ਜਾਂ ਤਾਜ਼ੇ ਦੀ ਬਜਾਏ ਮਿੱਟੀ ਜਾਂ ਪੌਦਿਆਂ ਦੀ ਸਮੱਗਰੀ 'ਤੇ। ਹੁਣ ਅਸੀਂ ਵਿਸ਼ਾਣੂਆਂ ਬਾਰੇ ਗੱਲਬਾਤ ਕਰਦੇ ਹਾਂ। ਵਿਸ਼ਾਣੂ ਅਜਿਹੇ ਸੂਖਮ ਜੀਵ ਹਨ ਜਿਹੜੇ ਸਜੀਵਾਂ ਅਤੇ ਨਿਰਜੀਵਾਂ ਦੋਹਾਂ ਵਰਗਾਂ ਦੇ ਗੁਣ ਰੱਖਦੇ ਹਨ। ਇਹ ਆਪਣੇ ਆਪ ਪ੍ਰਜਨਨ ਨਹੀਂ ਕਰ ਸਕਦੇ। ਇਹਨਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਜਿਵੇਂ ਏਡਸ, ਕੋਵਿਡ-19, ਪੋਲੀਓ, ਇਨਫਲੂਐਂਜ਼ਾ ਆਦਿ। ਇਸ ਤਰ੍ਹਾਂ ਸਾਰੀਆਂ ਆਪਸ਼ਨ ਬਾਰੇ ਗੱਲਬਾਤ ਕਰਨ ਨਾਲ ਪਤਾ ਲੱਗਦਾ ਹੈ ਕਿ ਵਿਸ਼ਾਣੂ ਵਿੱਚ ਬਹੁ ਵਿਕਲਪੀ ਪ੍ਰਸ਼ਨ ਦਾ ਉੱਤਰ ਹੈ। ਨੌਵਾਂ ਬਹੁ ਵਿਕਲਪੀ। ਇਹਨਾਂ ਵਿੱਚੋਂ ਕਿਹੜਾ ਆਪਣਾ ਭੋਜਨ ਆਪ ਤਿਆਰ ਕਰ ਸਕਦਾ ਹੈ? ਆਪਸ਼ਨ ਹਨ ਕਾਈ, ਡਾਇਐਟਮਸ, ਬੈਡ ਮੋਲਡ ਉੱਲੀ, ਅਮੀਬਾ। ਆਓ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਕਾਈ
ਉਹ ਜੀਵਤ ਜੀਵ ਹਨ ਜੋ ਪੂਰੀ ਦੁਨੀਆ ਵਿੱਚ ਪਾਈਆਂ ਜਾਂਦੀਆਂ ਹਨ। ਐਲਗੀ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਧਰਤੀ ਦੀ ਬਹੁਤ ਜ਼ਿਆਦਾ ਆਕਸੀਜਨ ਬਣਾਉਂਦੇ ਹਨ, ਜਿਸ ਦੀ ਮਨੁੱਖਾਂ ਅਤੇ ਹੋਰ ਜਾਨਵਰਾਂ ਨੂੰ ਸਾਹ ਲੈਣ ਦੀ ਲੋੜ ਹੁੰਦੀ ਹੈ। ਇਹ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੀ ਮਦਦ ਨਾਲ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ ਹਨ। ਦੂਜੀ ਆਪਸ਼ਨ ਡਾਇਐਟਮਸ। ਡਾਇਟੋਮ ਪ੍ਰਕਾਸ਼ ਸੰਸ਼ਲੇਸ਼ਣ ਕਰਨ ਦੇ ਯੋਗ ਹੁੰਦੇ ਹਨ। ਉਹ ਪਾਣੀ ਵਿੱਚ ਘੁਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲਦੇ ਹਨ। ਉਹ ਭੋਜਨ ਲੜੀ ਵਿੱਚ ਉੱਚੇ ਜੀਵਾਣੂਆਂ ਲਈ ਇੱਕ ਪ੍ਰਾਇਮਰੀ ਭੋਜਨ ਸਰੋਤ ਹਨ। ਇਸ ਤੋਂ ਇਲਾਵਾ ਬੈਡ ਮੋਲਡ ਓਲੀ ਅਤੇ ਅਮੀਬਾ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਇਹ ਦੂਜੇ ਜੀਵਾਂ ਦੇ ਬਣਾਏ ਭੋਜਨ ਉੱਤੇ ਨਿਰਭਰ ਕਰਦੇ ਹਨ। ਇਸ ਤਰ੍ਹਾਂ ਇਸ ਬਹੁ ਵਿਕਲਪੀ ਪ੍ਰਸ਼ਨ ਦਾ ਉੱਤਰ ਕਾਈ ਅਤੇ ਡਾਇਟੋਮਜ਼ ਆਵੇਗਾ। 10 ਸਵਾਲ ਬਹੁ ਵਿਕਲਪੀ। ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਨ ਨਾਲ ਰੁਕਦੀ ਹੈ? ਇਸ ਦੀਆਂ ਆਪਸ਼ਨ ਹਨ ਮਲੇਰੀਆ, ਦਾਦ, ਖਾਰਸ਼, ਪੋਲੀਓ ਅਤੇ ਹੈਜ਼ਾ। ਇਹਨਾਂ ਸਾਰੀਆਂ ਬਿਮਾਰੀਆਂ ਵਿੱਚੋਂ ਪੋਲੀਓ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਹੋਣ ਤੋਂ ਪਹਿਲਾਂ ਇਸ ਦਾ ਟੀਕਾਕਰਨ ਕੀਤਾ ਜਾਂਦਾ ਹੈ। ਬਾਕੀ ਸਾਰੀਆਂ ਬਿਮਾਰੀਆਂ ਦਾ ਇਲਾਜ ਉਹਨਾਂ ਬਿਮਾਰੀਆਂ ਦੇ ਹੋਣ ਤੋਂ ਬਾਅਦ ਇਲਾਜ ਕੀਤਾ ਜਾਂਦਾ ਹੈ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਪੋਲੀਓ ਆਵੇਗਾ। 11ਵਾਂ ਬਹੁ ਵਿਕਲਪੀ ਪ੍ਰਸ਼ਨ। ਉੱਚ ਕੁਆਲਿਟੀ ਕੋਲਾ ਕਿਹੜਾ ਹੈ? ਸਾਨੂੰ ਪਤਾ ਹੈ ਕੋਲਾ ਸਾਨੂੰ ਪੀਟ ਬਿਟੂਮਿਨ, ਲਿਗਨਾਈਟ ਅਤੇ ਐਂਥਰਾਸਾਈਟ ਕਿਸਮਾਂ ਵਿੱਚ ਮਿਲਦਾ ਹੈ। ਇਹਨਾਂ ਵਿੱਚ ਕਾਰਬਨ ਦੀ ਮਾਤਰਾ ਅਲੱਗ-ਅਲੱਗ ਹੁੰਦੀ ਹੈ। ਉੱਚ ਕੁਆਲਿਟੀ ਦਾ ਕੋਲਾ ਤੋਂ ਭਾਵ ਜਿਸ ਕੋਲੇ ਵਿੱਚ ਕਾਰਬਨ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਕੋਲਾ ਉੱਚ ਕੁਆਲਿਟੀ ਵਿੱਚ ਐਂਥਰਾਸਾਈਟ ਕਿਸਮ ਵਿੱਚ ਮਿਲਦਾ ਹੈ। ਇਸ ਵਿੱਚ ਕਾਰਬਨ ਦੀ 80% ਮਾਤਰਾ ਹੁੰਦੀ ਹੈ। ਇਸ ਸਵਾਲ ਦਾ ਜਵਾਬ ਐਂਥਰਾਸਾਈਟ ਆਵੇਗਾ। 12ਵਾਂ ਬਹੁ ਵਿਕਲਪੀ ਪ੍ਰਸ਼ਨ। ਨਾ ਖਤਮ ਹੋਣ ਵਾਲਾ ਊਰਜਾ ਸਾਧਨ। ਇਸ ਦੀਆਂ ਸਾਨੂੰ ਆਪਸ਼ਨ ਹਨ ਕੋਲਾ, ਹਵਾ, ਕੁਦਰਤੀ ਗੈਸ ਅਤੇ ਪੈਟਰੋਲੀਅਮ। ਅਸੀਂ ਜਾਣਦੇ ਹਾਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਇਹ ਸਾਰੇ ਪਥਰਾਟ ਬਾਲਣ ਹਨ ਜੋ ਸਾਨੂੰ ਕੁਦਰਤੀ ਘਟਨਾਵਾਂ ਕਰਕੇ ਮਿੱਟੀ ਵਿੱਚ ਦੱਬੇ ਹੋਏ ਕਾਰਬਨ ਵਾਲੇ ਜੀਵਾਂ ਅਤੇ ਪੌਦਿਆਂ ਦੇ ਕਾਰਬਨੀਕਰਨ ਹੋਣ ਤੋਂ ਬਾਅਦ ਕਰੋੜਾਂ ਸਾਲਾਂ ਵਿੱਚ ਮਿਲਦੇ ਹਨ। ਜੇਕਰ ਇੱਕ ਵਾਰ ਇਹ ਖਤਮ ਹੋ ਗਏ ਤਾਂ ਦੁਬਾਰਾ ਇਹਨਾਂ ਨੂੰ ਅਸੀਂ ਕਰੋੜਾਂ ਸਾਲਾਂ ਬਾਅਦ ਹੀ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਇਹ ਖਤਮ ਹੋ ਜਾਣ ਵਾਲੇ ਸਾਧਨ ਹਨ। ਸਾਨੂੰ ਸਵਾਲ ਵਿੱਚ ਨਾ ਖਤਮ ਹੋਣ ਵਾਲੇ ਸਾਧਨ ਬਾਰੇ ਪੁੱਛਿਆ ਗਿਆ ਹੈ। ਇਸ ਦਾ ਉੱਤਰ ਹਵਾ ਆਵੇਗਾ, ਕਿਉਂਕਿ ਹਵਾ ਕਦੇ ਵੀ ਖਤਮ ਨਹੀਂ ਹੋਵੇਗੀ। ਇਹ ਸਾਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ। 13ਵਾਂ ਬਹੁ ਵਿਕਲਪੀ। ਇਸ ਰਾਜ ਵਿੱਚ ਕੋਈ ਵੀ ਕੋਲ ਦੀ ਖਾਨ ਨਹੀਂ ਹੈ। ਇਸ ਦੀਆਂ ਆਪਸ਼ਨ ਹਨ ਉੜੀਸਾ, ਝਾਰਖੰਡ, ਪੰਜਾਬ ਅਤੇ ਪੱਛਮੀ ਬੰਗਾਲ। ਕੋਲਾ ਸਾਨੂੰ ਭਾਰਤ ਦੇ ਕੁਝ ਰਾਜਾਂ ਵਿੱਚੋਂ ਹੀ ਮਿਲਦਾ ਹੈ। ਪੰਜਾਬ ਇੱਕ ਅਜਿਹਾ ਰਾਜ ਹੈ ਜਿੱਥੋਂ ਦੀ ਮਿੱਟੀ ਬਹੁਤ ਉਪਜਾਊ ਹੈ, ਜਿਸ ਵਿੱਚ ਇੱਕ ਵੀ ਕੋਲੇ ਦੀ ਖਾਨ ਨਹੀਂ ਹੈ। 14ਵਾਂ ਬਹੁ ਵਿਕਲਪੀ। ਕੋਲੇ ਦਾ ਉਤਪਾਦ ਮੱਧ ਕੀੜੇ ਭਜਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਆਪਸ਼ਨ ਹਨ ਕੋਲਤਾਰ, ਨੈਫਥਾਲੀਨ, ਕੋਕ ਅਤੇ ਬੈਂਜ਼ੀਨ। ਇਹ ਸਾਰੀਆਂ ਆਪਸ਼ਨ ਕੋਲੇ ਤੋਂ ਬਣਦੀਆਂ ਹਨ। ਇਹਨਾਂ ਵਿੱਚੋਂ ਨੈਫਥਾਲੀਨ ਦੀ ਵਰਤੋਂ ਕੀੜਿਆਂ, ਮਕੌੜਿਆਂ ਜਾਂ ਟਿੱਡਿਆਂ ਨੂੰ ਭਜਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਘਰਾਂ ਵਿੱਚ, ਦਫ਼ਤਰਾਂ ਅਤੇ ਫੈਕਟਰੀਆਂ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਨੈਫਥਾਲੀਨ ਆਵੇਗਾ। 15ਵਾਂ ਬਹੁ ਵਿਕਲਪੀ। ਹੇਠ ਲਿਖੀਆਂ ਵਿੱਚੋਂ ਕਿਹੜੀਆਂ ਗੈਸਾਂ ਬਲਣ ਵਿੱਚ ਸਹਾਇਕ ਹੁੰਦੀਆਂ ਹਨ? ਇਸ ਦੀਆਂ ਆਪਸ਼ਨ ਹਨ ਹਾਈਡਰੋਜਨ, ਨਾਈਟ੍ਰੋਜਨ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ। ਜਦੋਂ ਵੀ ਕੋਈ ਵਸਤੂ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਪ੍ਰਕਿਰਿਆ ਕੁਝ ਕਾਰਕਾਂ ਉੱਤੇ ਨਿਰਭਰ ਕਰਦੀ ਹੈ। ਪਹਿਲਾ ਵਸਤੂ, ਦੂਜਾ ਵਸਤੂ ਦਾ ਜਲਣ ਤਾਪਮਾਨ, ਤੀਜਾ ਜਲਣ ਵਿੱਚ ਮਦਦ ਕਰਨ ਵਾਲਾ ਪਦਾਰਥ ਜਾਂ ਗੈਸ ਭਾਵ ਹਵਾ ਜਾਂ ਆਕਸੀਜਨ। ਆਕਸੀਜਨ ਵਸਤੂਆਂ ਦੇ ਜਲਣ ਵਿੱਚ ਮਦਦ ਕਰਦੀ ਹੈ। ਹਾਈਡਰੋਜਨ ਖੁਦ ਜਲਣਸ਼ੀਲ ਹੈ, ਇਹ ਆਪ ਹੀ ਜਲ ਜਾਂਦੀ ਹੈ। ਨਾਈਟ੍ਰੋਜਨ ਬਹੁ ਘੱਟ ਕਿਰਿਆਸ਼ੀਲ ਗੈਸ ਹੈ, ਇਹ ਆਮ ਤਾਪਮਾਨ ਉੱਤੇ ਕਿਸੇ ਵੀ ਤਰ੍ਹਾਂ ਦੀ ਕਿਰਿਆ ਨਹੀਂ ਕਰਦੀ। ਕਾਰਬਨ ਡਾਈਆਕਸਾਈਡ ਗੈਸ ਦੀ ਵਰਤੋਂ ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਸਾਰੀਆਂ ਆਪਸ਼ਨ ਵਿੱਚੋਂ ਆਕਸੀਜਨ ਹੀ ਅਜਿਹੀ ਗੈਸ ਹੈ ਜੋ ਵਸਤੂਆਂ ਦੇ ਜਲਣ ਵਿੱਚ ਮਦਦ ਕਰਦੀ ਹੈ। 16ਵਾਂ ਬਹੁ ਵਿਕਲਪੀ। ਨਪੀੜਕ ਕੁਦਰਤੀ ਗੈਸ ਦਾ ਬਲਣਾ ਕਿਸ ਦੀ ਇੱਕ ਉਦਾਹਰਣ ਹੈ? ਇਸ ਦੀਆਂ ਆਪਸ਼ਨ ਹਨ ਤੇਜ਼ ਬਲਣ, ਹੌਲੀ ਬਲਣ, ਸੁਭਾਵਕ ਬਲਣ ਅਤੇ ਉਪਰੋਕਤ ਵਿੱਚੋਂ ਕੋਈ ਨਹੀਂ। ਆਓ ਪਹਿਲਾਂ ਇਹਨਾਂ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਤੇਜ਼ ਬਲਣ।
ਜੇਕਰ ਬਲਨ ਕਿਰਿਆ ਤੇਜ਼ੀ ਨਾਲ ਵਾਪਰਦੀ ਹੈ ਤਾਂ ਉਹ ਤੇਜ਼ ਬਲਨ ਅਖਵਾਉਂਦੀ ਹੈ। ਉਦਾਹਰਨ ਲਈ ਜਲਨ ਤਾਪਮਾਨ ਪ੍ਰਾਪਤ ਕਰਨ ਤੋਂ ਬਾਅਦ ਰਸੋਈ ਗੈਸ ਤੇਜ਼ੀ ਨਾਲ ਬਲਣਾ ਸ਼ੁਰੂ ਕਰ ਦਿੰਦੀ ਹੈ। ਦੂਜੀ ਆਪਸ਼ਨ ਹੌਲੀ ਬਲਨ, ਜਿਨ੍ਹਾਂ ਵਸਤੂਆਂ ਦਾ ਜਲਨ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ, ਜੋ ਆਸਾਨੀ ਨਾਲ ਹਵਾ ਦੇ ਸੰਪਰਕ ਵਿੱਚ ਆ ਕੇ ਵੀ ਨਹੀਂ ਜਲਦੇ, ਇਹਨਾਂ ਨੂੰ ਹੌਲੀ ਬਲਨ ਕਿਹਾ ਜਾਂਦਾ ਹੈ। ਤੀਜੀ ਆਪਸ਼ਨ ਸੁਭਾਵਕ ਜਲਨ, ਕੁਝ ਵਸਤੂਆਂ ਹਵਾ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੇ ਆਪ ਜਲਣਾ ਸ਼ੁਰੂ ਕਰ ਦਿੰਦੇ ਹਨ। ਨਪੀੜਤ ਕੁਦਰਤੀ ਗੈਸ ਦੀ ਵਰਤੋਂ ਰੋਜ਼ਾਨਾ ਜੀਵਨ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਕੀਤੀ ਜਾਂਦੀ ਹੈ। ਇਹ ਬਹੁਤ ਜਲਦੀ ਅੱਗ ਫੜ ਲੈਂਦੀ ਹੈ। ਇਹਨਾਂ ਵਿੱਚ ਜਲਨ ਤਾਪਮਾਨ ਬਹੁਤ ਘੱਟ ਹੁੰਦਾ ਹੈ, ਇਸ ਲਈ ਇਹ ਤੇਜ਼ ਬਲਨ ਦੀ ਉਦਾਹਰਣ ਹੈ। 17ਵਾਂ ਬਹੁ ਵਿਕਲਪੀ, ਹੇਠ ਲਿਖੇ ਵਿੱਚੋਂ ਕਿਹੜਾ ਸੁਭਾਵਕ ਬਲਨ ਦੀ ਉਦਾਹਰਣ ਹੈ? ਇਸ ਦੀਆਂ ਆਪਸ਼ਨ ਹਨ ਪੈਟਰੋਲ ਨੂੰ ਜਲਾਉਣਾ, ਕਪੂਰ ਨੂੰ ਜਲਾਉਣਾ, ਮੈਗਨੀਸ਼ੀਅਮ ਰਿਬਨ ਨੂੰ ਜਲਾਉਣਾ ਅਤੇ ਚਿੱਟੇ ਫਾਸਫੋਰਸ ਨੂੰ ਜਲਾਉਣਾ। ਅਸੀਂ ਜਾਣਦੇ ਹਾਂ ਕਿ ਸੁਭਾਵਕ ਬਲਨ ਦੀ ਅਜਿਹੀ ਕਿਸਮ ਜਿਸ ਵਿੱਚ ਪਦਾਰਥ ਬਿਨਾਂ ਕਿਸੇ ਮਦਦ ਦੇ ਅਚਾਨਕ ਆਪ ਮੁਹਾਰੇ ਹੀ ਲਾਟ ਨਾਲ ਬਲਦੇ ਹਨ, ਨੂੰ ਸੁਭਾਵਕ ਬਲਨ ਕਿਹਾ ਜਾਂਦਾ ਹੈ। ਇਸ ਵਿੱਚ ਹਵਾ ਜਾਂ ਆਕਸੀਜਨ ਦੀ ਅਣਹੋਂਦ ਵਿੱਚ ਵੀ ਅੱਗ ਲੱਗ ਜਾਂਦੀ ਹੈ। ਆਪਾਂ ਨੂੰ ਦਿੱਤੀਆਂ ਉਦਾਹਰਣਾਂ ਵਿੱਚ ਪੈਟਰੋਲ, ਮੈਗਨੀਸੀਅਮ ਅਤੇ ਕਪੂਰ ਨੂੰ ਬਲਣ ਲਈ ਹਵਾ ਜਾਂ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਪਰ ਚਿੱਟਾ ਫਾਸਫੋਰਸ ਅਜਿਹਾ ਪਦਾਰਥ ਹੈ ਜਿਸ ਨੂੰ ਜਲਣ ਲਈ ਹਵਾ ਜਾਂ ਆਕਸੀਜਨ ਦੀ ਜ਼ਰੂਰਤ ਨਹੀਂ ਹੁੰਦੀ। 18ਵਾਂ ਬਹੁ ਵਿਕਲਪੀ, ਘੱਟੋ ਘੱਟ ਤਾਪਮਾਨ ਜਿਸ ਤੇ ਬਾਲਣ ਅੱਗ ਫੜਦਾ ਹੈ। ਇਸ ਦੀਆਂ ਆਪਸ਼ਨ ਹਨ ਪਿਘਲਣ ਦਾ ਤਾਪਮਾਨ, ਜਲਣ ਤਾਪਮਾਨ, ਉਬਲਣ ਦਾ ਤਾਪਮਾਨ ਅਤੇ ਇਹਨਾਂ ਵਿੱਚੋਂ ਕੋਈ ਨਹੀਂ। ਆਓ ਇਹਨਾਂ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਪਿਘਲਣ ਦਾ ਤਾਪਮਾਨ, ਇਹ ਉਹ ਤਾਪਮਾਨ ਹੈ ਜਿਸ ਉੱਤੇ ਪਦਾਰਥ ਠੋਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲ ਜਾਂਦੇ ਹਨ। ਉਦਾਹਰਣ ਵਜੋਂ ਬਰਫ਼ ਤੋਂ ਪਾਣੀ 1 ਡਿਗਰੀ ਸੈਲਸੀਅਸ ਉੱਤੇ ਬਣ ਜਾਂਦਾ ਹੈ। ਦੂਜੀ ਆਪਸ਼ਨ ਜਲਣ ਤਾਪਮਾਨ, ਉਹ ਘੱਟੋ ਘੱਟ ਤਾਪਮਾਨ ਜਿਸ ਉੱਤੇ ਜਲਨਸ਼ੀਲ ਪਦਾਰਥ ਅੱਗ ਫੜ ਲੈਂਦਾ ਹੈ। ਤੀਜੀ ਆਪਸ਼ਨ ਉਬਲਣ ਦਾ ਤਾਪਮਾਨ, ਇਹ ਉਹ ਤਾਪਮਾਨ ਹੁੰਦਾ ਹੈ ਜਿਸ ਉੱਤੇ ਪਦਾਰਥ ਤਰਲ ਅਵਸਥਾ ਤੋਂ ਗੈਸ ਜਾਂ ਭਾਫ਼ ਵਿੱਚ ਬਦਲ ਜਾਂਦਾ ਹੈ, ਜਿਵੇਂ ਕਿ 100 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ। ਇਹਨਾਂ ਸਾਰੀਆਂ ਆਪਸ਼ਨ ਬਾਰੇ ਗੱਲਬਾਤ ਕਰਨ ਨਾਲ ਪਤਾ ਲੱਗਦਾ ਹੈ ਕਿ ਜਲਣ ਤਾਪਮਾਨ ਉੱਤਰ ਆਵੇਗਾ। 19ਵਾਂ ਬਹੁ ਵਿਕਲਪੀ, ਜੈਵਿਕ ਵਿਭਿੰਨਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦੀਆਂ ਆਪਸ਼ਨ ਹਨ 22 ਫਰਵਰੀ, 22 ਅਪ੍ਰੈਲ, 22 ਮਾਰਚ, 22 ਮਈ। ਹਰ ਸਾਲ 22 ਮਈ ਨੂੰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਜੰਗਲਾਂ ਦੀ ਸੰਭਾਲ ਅਤੇ ਜੈਵਿਕ ਵਿਭਿੰਨਤਾ ਬਾਰੇ ਸਾਡੇ ਫਰਜ਼ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ, ਕਿਉਂਕਿ ਬਹੁਤ ਸਾਰੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਹਨ ਅਤੇ ਕੁਝ ਅਲੋਪ ਹੋਣ ਦੇ ਕਿਨਾਰੇ ਹਨ। ਇਹ ਸਭ ਮਨੁੱਖਾਂ ਦੁਆਰਾ ਜਾਨਵਰਾਂ ਦੇ ਸ਼ਿਕਾਰ ਆਪਣੇ ਆਮਦਨ ਅਤੇ ਸ਼ੌਕ ਪੂਰਾ ਕਰਨ ਲਈ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ 22 ਮਈ ਆਵੇਗਾ। 20ਵਾਂ ਬਹੁ ਵਿਕਲਪੀ, ਇਸ ਪ੍ਰਜਾਤੀ ਦੇ 100% ਜੀਵ ਭਾਰਤ ਵਿੱਚ ਪਾਏ ਜਾਂਦੇ ਹਨ। ਇਸ ਦੀਆਂ ਆਪਸ਼ਨ ਹਨ ਹਾਥੀ, ਸ਼ੇਰ, ਬਾਘ ਅਤੇ ਜੰਗਲੀ ਮੱਝ। ਇਹਨਾਂ ਸਾਰੇ ਜੀਵਾਂ ਵਿੱਚੋਂ ਸ਼ੇਰ ਦੀਆਂ ਸਾਰੀਆਂ ਪ੍ਰਜਾਤੀਆਂ ਭਾਰਤ ਵਿੱਚ ਹੀ ਪਾਈਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਬਾਕੀ ਜੀਵਾਂ ਦੀਆਂ ਪ੍ਰਜਾਤੀਆਂ ਏਸ਼ੀਆ ਤੋਂ ਬਿਨਾਂ ਬਾਕੀ ਦੇਸ਼ਾਂ ਵਿੱਚ ਵੀ ਮਿਲਦੀਆਂ ਹਨ। ਇਸ ਲਈ ਇਸ ਸਵਾਲ ਦਾ ਜਵਾਬ ਸ਼ੇਰ ਆਵੇਗਾ। 21ਵਾਂ ਬਹੁ ਵਿਕਲਪੀ, ਉੱਡਣੀ ਗਿਲਹਰੀ ਇੱਥੇ ਦੀ ਸਥਾਨਕ ਪ੍ਰਜਾਤੀ ਹੈ। ਇਸ ਦੀਆਂ ਆਪਸ਼ਨ ਹਨ ਗਿਰ ਫਾਰੈਸਟ ਗੁਜਰਾਤ, ਕਾਜ਼ੀਰੰਗਾ ਰਾਸ਼ਟਰੀ ਪਾਰਕ, ਪੰਚਮੜੀ ਜੀਵ ਮੰਡਲ ਰਿਜ਼ਰਵ ਅਤੇ ਜਿਮ ਕਾਰਬੇਟ ਰਾਸ਼ਟਰੀ ਪਾਰਕ। ਉੱਡਣੀ ਗਿਲਹਰੀ ਪੰਚਮੜੀ ਜੀਵ ਮੰਡਲ ਰਿਜ਼ਰਵ ਵਿੱਚ ਰੱਖੀ ਹੋਈ ਸਥਾਨਕ ਪ੍ਰਜਾਤੀਆਂ ਹਨ। ਇਹ ਰਿਜ਼ਰਵ ਜੰਤੂਆਂ ਅਤੇ ਜੰਗਲਾਂ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ। 22ਵਾਂ ਬਹੁ ਵਿਕਲਪੀ, ਇਹ ਪ੍ਰਜਾਤੀ ਭਾਰਤ ਵਿੱਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ। ਇਸ ਦੀਆਂ ਆਪਸ਼ਨ ਹਨ ਚੀਤਾ, ਜੰਗਲੀ ਕੁੱਤਾ, ਬੰਗਾਲ ਟਾਈਗਰ ਅਤੇ ਜੰਗਲੀ ਖੇਤਾ। ਚੀਤਾ ਦੀਆਂ ਸਾਰੀਆਂ ਪ੍ਰਜਾਤੀਆਂ ਭਾਰਤ ਵਿੱਚੋਂ ਅਲੋਪ ਹੋ ਗਈਆਂ ਹਨ। ਇਹਨਾਂ ਦੇ ਆਲੋਪ ਹੋਣ ਦਾ ਕਾਰਨ ਕੁਦਰਤੀ ਨਿਵਾਸ ਸਥਾਨ ਖਤਮ ਹੋਣਾ, ਮਨੁੱਖ ਦੁਆਰਾ ਸ਼ਿਕਾਰ ਕਰਨਾ ਹੈ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਚੀਤਾ ਆਵੇਗਾ। 23ਵਾਂ ਬਹੁ ਵਿਕਲਪੀ, ਇਹ ਗੁਜਰਾਤ ਦੀ ਖੇਤਰੀ ਪ੍ਰਜਾਤੀ ਹੈ। ਇਸ ਦੀਆਂ ਆਪਸ਼ਨ ਹਨ ਜੰਗਲੀ ਖੋਤਾ, ਗੈਂਡਾ, ਬੰਗਾਲ ਟਾਈਗਰ ਅਤੇ ਹਾਥੀ। ਜੰਗਲੀ ਖੋਤਾ ਗੁਜਰਾਤ ਦਾ ਖੇਤਰੀ ਪਸ਼ੂ ਹੈ। 24ਵਾਂ ਬਹੁ ਵਿਕਲਪੀ,
ਇਹਨਾਂ ਵਿੱਚੋਂ ਕਿਹੜੇ ਮਨੁੱਖ ਦੇ ਨਰ ਜਣਨ ਅੰਗ ਹਨ? ਇਸ ਦੀਆਂ ਆਪਸ਼ਨ ਹਨ ਸ਼ੁਕਰਾਣੂ, ਪਤਾਲੂ, ਅੰਡਾਣੂ ਅਤੇ ਅੰਡਕੋਸ਼। ਅਸੀਂ ਜਾਣਦੇ ਹਾਂ ਕਿ ਸ਼ੁਕਰਾਣੂ ਅਤੇ ਅੰਡਾਣੂ ਜਣਨ ਪ੍ਰਕਿਰਿਆ ਵਿੱਚ ਬਹੁਤ ਭੂਮਿਕਾ ਨਿਭਾਉਂਦੇ ਹਨ। ਸ਼ੁਕਰਾਣੂ ਨਰ ਵਿੱਚ ਪਤਾਲੂ ਦੁਆਰਾ ਛੱਡਿਆ ਜਾਂਦਾ ਹੈ ਅਤੇ ਅੰਡਾਣੂ ਮਾਦਾ ਵਿੱਚ ਪੈਦਾ ਹੁੰਦੇ ਹਨ। ਅੰਡਕੋਸ਼ ਮਾਦਾ ਵਿੱਚ ਪਾਇਆ ਜਾਣ ਵਾਲਾ ਜਣਨ ਅੰਗ ਹੈ। ਇਸ ਤਰ੍ਹਾਂ ਇਸ ਬਹੁ ਵਿਕਲਪੀ ਦਾ ਜਵਾਬ ਪਤਾਲੂ ਆਵੇਗਾ। ਅਗਲੀ ਵੀਡੀਓ ਵਿੱਚ ਬਾਕੀ ਰਹਿੰਦੇ ਸਾਰੇ ਬਹੁ ਵਿਕਲਪੀ ਪ੍ਰਸ਼ਨਾਂ ਬਾਰੇ ਗੱਲਬਾਤ ਕਰਾਂਗੇ। ਮੈਨੂੰ ਉਮੀਦ ਹੈ ਵੀਡੀਓ ਦੀ ਜਾਣਕਾਰੀ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।